ਕਰਮ ਬੁਰੀ ਤਰ੍ਹਾਂ ਕਾਫੀ ਹੱਦ ਤੱਕ ਸੜ ਚੁੱਕਿਆ ਸੀ, ਪਰ ਚਿਹਰਾ ਉਸਦਾ ਸਿਰਫ ਬਚਿਆ ਸੀ। ਡਾਕਟਰ ਉਸਦੇ ਬਚਣ ਦੀ ਆਸ ਤੋਂ ਜਵਾਬ ਦੇ ਚੁੱਕੇ ਸਨ ਕਿ ਕਰਮ ਹਰ ਪਲ ਮੌਤ ਨਾਲ ਲੜ ਰਿਹਾ ਹੈ ਤੇ ਦੁੱਖ ਕੱਟ ਰਿਹਾ ਹੈ, ਤੇ ਸ਼ਾਇਦ ਉਸਦੇ ਇੰਨਾ ਕੁ ਵਕਤ ਜਿੰਦਾ ਰਹਿਣ ਦੀ ਵਜ੍ਹਾ ਹੈ ਕਿ ਉਹ ਕਿਸੇ ਨੂੰ ਮਿਲਣ ਕਿਸੇ ਹੋਰ ਵਜ੍ਹਾ ਨਾਲ ਜਿੰਦਾ ਹੈ। ਮੇਰੇ ਕਰਮ ਦੀ ਐਸੀ ਹਾਲਤ ਦੇਖ ਅੱਖੀ ਅਥਰੂ ਵਗ ਪਏ। ਕਰਮ ਦੀ ਮਾਂ ਤੇ ਪਿਆਰੀ ਨੇ ਮੈਨੂੰ ਸੰਭਾਲਿਆ ਤੇ ਮੈਂ ਵੀ ਦਿਲ ਵੱਡਾ ਕੀਤਾ, ਚਿਹਰੇ ਤੋਂ ਹੰਝੂ ਲੁਕਾ ਲਏ, ਪਰ ਦਿਲੋਂ ਪਲ ਪਲ ਰੋ ਰਹੀ ਸਾਂ। ਕਰਮ ਕੋਲ ਜਾ, ਮੈਂ ਕਿਹਾ ਕਿ ਕਰਮ, ਮੈਂ ਸਹਿਜ, ਕਿਵੇਂ ਹੋ ਤੁਸੀਂ ਤੇ ਆਏ ਕਿਉਂ ਨਹੀਂ ਕੱਲ? ਐਨਾ ਸੁਣ ਕਰਮ ਨੇ ਕੱਲ ਦਾ ਪਹਿਲੀ ਵਾਰ ਮੇਰੇ ਵੱਲ ਅੱਖਾਂ ਘੁਮਾ ਮੈਨੂੰ ਤੱਕਿਆ ਤੇ ਅੱਖੀ ਅਥਰੂ ਵਗ ਉਹਨੇ ਕਰਮ ਦੇ ਅੱਖੀ ਉਹ ਮੈਨੂੰ ਕੱਲ ਲਈ ਨਾ ਆਉਣ ਲਈ, ਆਪਣਾ ਵਾਅਦਾ ਨਾ ਪੂਰਾ ਕਰਨ ਲਈ ਮਾਫੀ ਮੰਗ ਰਿਹਾ ਸੀ। ਮੈਂ ਆਪਣੇ ਹੱਥ ਨਾਲ ਕਰਮ ਦੇ ਅਥਰੂ ਸਾਫ਼ ਕੀਤੇ ਤੇ ਕਰਮ ਨੇ ਮੇਰੇ ਹੱਥ ਦੀ ਛੋਹ ਨੂੰ ਆਪਣੇ ਚਿਹਰੇ ਤੇ ਪਾ ਅੱਖਾਂ ਬੰਦ ਕਰ ਲਈਆਂ ਤੇ ਬਸ ਬਾਅਦ ਵਿੱਚ ਲੱਖ ਅਸੀਂ ਉਸਨੂੰ ਬੁਲਾਇਆ। ਉਹ ਨਾ ਬੋਲਿਆ ਤੇ ਸਾਨੂੰ ਸਭ ਤੇ ਮੈਨੂੰ ਇਕੱਲੀ ਨੂੰ ਛੱਡ ਸਦਾ ਲਈ ਅੱਖਾਂ ਮੀਚ ਗਿਆ। ਕਰਮ ਦੀ ਮਾਂ ਭੱਜੀ ਭੱਜੀ ਡਾਕਟਰ ਪਾਸ ਗਈ ਤੇ ਡਾਕਟਰ ਨੇ ਅਣਚੈੱਕ ਕਰ ਦੱਸਿਆ ਕਿ ਆਪਣੀ ਮੌਤ ਨਾਲ ਲੜੀ ਜੰਗ ਨੂੰ ਹੁਣ ਉਹ ਹਾਰ ਗਿਆ ਹੈ ਤੇ ਸਦਾ ਲਈ ਸਾਨੂੰ ਛੱਡ ਇਸ ਦੁਨੀਆ ਤੋਂ ਚਲਾ ਗਿਆ ਹੈ। ਮੈਂ ਇਹ ਸੁਣ ਤੇ ਕਰਮ ਨੂੰ ਆਪਣੇ ਹੱਥਾਂ ਵਿੱਚ ਦਮ ਤੋੜਦੇ ਦੇਖ ਬਸ ਪੱਥਰ ਬਣ ਗਈ। ਉੱਥੇ ਹੀ ਜਾ ਇੱਕ ਖੂੰਜੇ ਵਿੱਚ ਬੈਠ ਗਈ। ਨਾ ਮੇਰੀ ਅੱਖੀ ਅਥਰੂ ਵਗੇ ਤੇ ਨਾ ਹੁਣ ਮੇਰੇ ਚਿਹਰੇ ਤੇ ਕੋਈ ਹਾਵ ਭਾਵ ਰਿਹਾ। ਬਸ ਮੈਂ ਪੱਥਰ ਬਣ ਰਹਿ ਗਈ। ਹੱਥੀ ਮੇਰੇ ਲਾਲ ਸੂਹੀ ਮਹਿੰਦੀ, ਜਿਸ ਦਾ ਰੰਗ ਗੂੜਾ ਚੜਿਆ ਸੀ, ਜਿਸ ਦਾ ਮੇਰਾ ਚਾਅ ਵੀ ਨਾ ਪੂਰਾ ਹੋਇਆ, ਤੇ ਹੱਥੀ ਚੂੜਾ ਜਿਸ ਦੇ ਨਾਮ ਦਾ ਪਾਇਆ, ਉਸਦੀ ਮੈਂ ਇਸ ਜਨਮ ਹੋ ਵੀ ਨਾ ਸਕੀ। ਬਸ ਮੈਨੂੰ ਇਸੇ ਹਾਲਤ ਦੇਖ ਬਾਪੂ ਜੀ ਨੇ ਮੈਨੂੰ ਤੇ ਪਿਆਰੀ ਨੂੰ ਘਰ ਭੇਜ ਦਿੱਤਾ ਤੇ ਉਹ ਰੁਕ ਗਏ ਤਾਂ ਹਸਪਤਾਲ ਦੀ ਕਾਗਜ਼ੀ ਕਾਰਵਾਈ ਕਰ ਕਰਮ ਦੀ ਦੇਹ ਨੂੰ ਘਰ ਲਿਜਾ ਸਕਣ। ਮੈਂ ਉਂਝ ਹੀ ਘਰ ਆ ਗਈ ਚੁੱਪਚਾਪ ਤੇ ਅੱਖੀ ਮੇਰੇ ਇੱਕ ਵੀ ਅਥਰੂ ਨਾ ਵਗਿਆ। ਘਰ ਆ ਜਦੋਂ ਪਿਆਰੀ ਨੇ ਕਰਮ ਬਾਰੇ ਘਰ ਆ ਦੱਸਿਆ ਤਾਂ ਪਲਾਂ ਵਿੱਚ ਹੀ ਇਹ ਗੱਲ ਪਿੰਡ ਵਿੱਚ ਅੱਗ ਵਾਂਗਰਾ ਫੈਲ ਗਈ। ਸਭ ਸਾਡੇ ਘਰ ਆਉਣ ਜਾਣ ਲੱਗੇ। ਦੇਖਦੇ ਹੀ ਦੇਖਦੇ ਜੋ ਕੱਲ ਸ਼ਗਨਾਂ ਤੇ ਖੁਸ਼ੀਆਂ ਵਾਲਾ ਘਰ ਸੀ, ਪਲਾਂ ਵਿੱਚ ਹੀ ਉਸ ਘਰ ਮਾਤਮ ਛਾ ਗਿਆ। ਸਭ ਆਣ ਦੁੱਖ ਵੰਡਾਉਣ ਲੱਗੇ ਤੇ ਸਭ ਨੂੰ ਵੀ ਗੱਲ ਲੱਗ ਲੱਗ ਰੋਣ ਲੱਗੇ, ਪਰ ਮੈਂ ਤਾਂ ਪੱਥਰ ਬਣੀ ਬੈਠੀ ਸਾਂ। ਬਥੇਰੀਆਂ ਬਜ਼ੁਰਗ ਔਰਤਾਂ ਨੇ ਕਿਹਾ ਕਿ ਮੈਨੂੰ ਕੀ ਧੀਏ ਰੋ ਲੈ, ਆਪਣਾ ਮਨ ਤੇ ਦਿਲ ਹਲਕਾ ਕਰ ਲਾ, ਅੱਖੀ ਅਥਰੂ ਆਉਣਗੇ ਤਾਂ ਹੀ ਦਿਲ ਦਾ ਦਰਦ ਦੁੱਖ ਬਾਹਰ ਨਿਕਲੇਗਾ। ਪਰ ਮੈਂ ਪੂਰੇ ਸਦਮੇ ਵਿੱਚ ਸਾਂ ਤੇ ਜ਼ਬਾਨੋਂ ਚੁੱਪ ਸਾਂ। ਆਵਾਜ਼ ਤਾਂ ਮੇਰੀ ਇੰਜ ਸੀ ਕਿ ਜਿਵੇਂ ਕਿਧਰੇ ਗੁਆਚ ਹੀ ਗਈ ਹੋਵੇ। ਪਿਆਰੀ ਨੇ ਮੈਨੂੰ ਬਥੇਰਾ ਸਮਝਾਇਆ ਪਰ ਮੇਰੇ ਤੇ ਕੋਈ ਅਸਰ ਨਾ ਹੋਇਆ। ਉਧਰ ਕਰਮ ਨੂੰ ਹਸਪਤਾਲ ਲਿਆਉਂਦਿਆਂ ਸ਼ਾਮ ਹੋ ਚੁੱਕੀ ਸੀ। ਤਕਰੀਬਨ 4 ਵਜੇ ਵੱਜ ਚੁੱਕੇ ਸਨ ਤੇ ਕਰਮ ਦੇ ਘਰ ਦੇ ਸਭ ਰਿਸ਼ਤੇਦਾਰ ਘਰ ਪਹੁੰਚ ਚੁੱਕੇ ਸਨ ਤੇ ਕਰਮ ਦੀ ਮਿਰਤ ਦੇਹ ਵੀ ਸੜਨ ਦੀ ਵਜ੍ਹਾ ਜ਼ਿਆਦਾ ਵਕਤ ਘਰ ਰੱਖਣ ਵਾਲੀ ਨਹੀਂ ਸੀ, ਤਾਂ ਕਰਕੇ ਉਹਨਾਂ ਨੇ ਵੀ ਜਲਦੀ ਹੀ ਕਰਮ ਦੇ ਸੰਸਕਾਰ ਕਰਨ ਦੀ ਗੱਲ ਆਖੀ। ਪਿਆਰੀ ਕੁਝ ਰਿਸ਼ਤੇਦਾਰਾਂ ਤੇ ਪਿੰਡ ਦੀਆਂ ਔਰਤਾਂ ਤੇ ਆਦਮੀਆਂ ਨੂੰ ਲੈ ਕਰਮ ਦੇ ਪਿੰਡ ਪਹੁੰਚੇ, ਪਰ ਮੈਨੂੰ ਨਾ ਲੈ ਕੇ ਗਏ ਕਿਉਂਕਿ ਆਖਦੇ ਸਨ ਕਿ ਕੁੜੀਆਂ ਨੂੰ ਨਹੀਂ ਸਨ ਲੈ ਜਾ ਸਕਦੇ, ਪਰ ਭੂਆ ਕੋਲ ਛੱਡ ਗਏ। ਉਧਰ ਕਰਮ ਦਾ ਜਲਦੀ ਹੀ ਸੰਸਕਾਰ ਕਰ ਦਿੱਤਾ ਗਿਆ। ਇੱਧਰ ਮੈਂ ਹੁਣ ਜਿਉਂਦੀ ਜਾਗਦੀ ਜਿੰਦਾ ਲਾਸ਼ ਬਣ ਚੁੱਕੀ ਸਾਂ। ਕਰਮ ਦੇ ਜਾਣ ਤੋਂ ਬਾਅਦ ਘਰ ਆ ਜਦੋਂ ਪਿਆਰੀ ਨੇ ਮੈਨੂੰ ਦੇਖਿਆ ਤਾਂ ਮੇਰੇ ਸਰੀਰ ਦੇ ਸਾਰੇ ਅੰਗ ਹਰਕਤ ਕਰਨੋਂ ਹਟ ਚੁੱਕੇ ਸਨ। ਹੱਥ ਪੈਰ ਲੱਤਾਂ ਤੇ ਜ਼ੁਬਾਨ ਸਭ ਕੰਮ ਕਰਨੋਂ ਜਵਾਬ ਦੇ ਚੁੱਕੇ ਸਨ। ਕਰਮ ਦੇ ਘਰੋਂ ਆ ਸ਼ਾਮੀ ਵਕਤੇ ਪਹਿਲਾਂ ਪਿੰਡ ਦਾ ਡਾਕਟਰ ਬੁਲਾਇਆ ਗਿਆ ਤੇ ਉਸਨੇ ਮੈਨੂੰ ਦੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਕਿ ਸ਼ਾਇਦ ਸਦਮੇ ਵਿੱਚ ਹੈ, ਦਵਾਈ ਦੇਵੋ ਤੇ ਸਵੇਰ ਤੱਕ ਇੱਕ ਵਾਰ ਉਹ ਫਿਰ ਚੈੱਕ ਕਰੇਗਾ। ਪਿਆਰੀ ਨੇ ਮੈਨੂੰ ਇੱਕ ਰੋਟੀ ਖਵਾਈ ਜੋ ਕਿ ਮੇਰੇ ਮਸਾਂ ਹੀ ਅੰਦਰ ਗਈ ਤੇ ਦਵਾਈ ਦਿੱਤੀ ਤੇ ਬਾਕੀ ਸਾਡੇ ਘਰ ਦਾ ਚੁੱਲ੍ਹਾ ਅੱਜ ਮਗਿਆ ਹੀ ਨਹੀਂ। ਸਭ ਉਂਝ ਹੀ ਲੇਟ ਗਏ ਪਾਸੇ ਵੱਟੇ ਲੈਂਦੇ, ਭਲਾ ਨੀਂਦ ਕਿਸਦੇ ਅੱਖੀ ਆਈ ਰਾਤ ਨੂੰ। ਮੇਰੀ ਨੀਂਦ ਜਾਗ ਸਭ ਉੱਡ ਚੁੱਕੀ ਸੀ। ਮੈਨੂੰ ਬਿਸਤਰੇ ਉੱਤੇ ਲਿਟਾ ਦਿੱਤਾ ਗਿਆ ਤੇ ਮੈਂ ਸਾਰੀ ਰਾਤ ਬਸ ਬਿਨਾਂ ਪਲਕਾਂ ਝਪਕੇ ਅਸਮਾਨ ਵਿੱਚ ਤਾਰਿਆਂ ਵੱਲ ਦੇਖਦੀ ਰਹੀ। ਹਰ ਤਾਰੇ ਵਿੱਚ ਮੈਨੂੰ ਕਰਮ ਦਾ ਚਿਹਰਾ ਨਜ਼ਰ ਆ ਰਿਹਾ ਸੀ। ਦੂਜੀ ਸਵੇਰ ਹੋਈ ਤਾਂ ਪਿਆਰੀ ਮੈਨੂੰ ਉਠਾਉਣ ਆਈ, ਪਰ ਮੈਂ ਉੱਦਾਂ ਹੀ ਜਾਗਦੀ ਪਈ ਸਾਂ ਜਿੱਦਾਂ ਪਿਆਰੀ ਮੈਨੂੰ ਰਾਤੀ ਪਾ ਕੇ ਗਈ ਸੀ। ਉਂਝ ਸੋਇਆ ਤਾਂ ਕੋਈ ਵੀ ਨਹੀਂ ਸੀ ਰਾਤੀ। ਪਿਆਰੀ ਨੇ ਉੱਠ ਰੋਟੀ ਟੁੱਕ ਕੀਤਾ ਤੇ ਜੋ ਰਿਸ਼ਤੇਦਾਰ ਘਰੇ ਅਜੇ ਵੀ ਠਹਿਰੇ ਸਨ ਸਭ ਨੂੰ ਰੋਟੀ ਪਾਣੀ ਖਵਾਇਆ ਤੇ ਬਾਪੂ ਜੀ ਨੇ ਪਿੰਡ ਵਾਲੇ ਡਾਕਟਰ ਨੂੰ ਬੁਲਾ ਫਿਰ ਤੋਂ ਮੈਨੂੰ ਦਿਖਾਇਆ, ਪਰ ਮੇਰੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ, ਸੋ ਡਾਕਟਰ ਨੇ ਸ਼ਹਿਰ ਹਸਪਤਾਲ ਦਿਖਾਉਣ ਲਈ ਕਿਹਾ। ਉਧਰ ਬਾਕੀ ਸਭੇ ਰਿਸ਼ਤੇਦਾਰ ਵੀ ਰੋਟੀ ਟੁੱਕ ਖਵਾ ਦੁੱਖ ਵੰਡਾ ਆਪੋ ਆਪਣੇ ਘਰੀ ਚਲੇ ਗਏ। ਭੂਆ ਆਪਣੀ ਕੁੜੀ ਨੂੰ ਛੱਡ ਗਈ ਸੀ, ਆਖੇ ਕੁਝ ਦਿਨ ਕੰਮ ਵਿੱਚ ਪਿਆਰੀ ਦਾ ਹੱਥ ਵਟਾ ਦੇਗੀ ਕਹਿ ਕੇ ਉਹਨੂੰ ਵੀ ਜਾਣਾ ਹੀ ਪੈਣਾ ਸੀ, ਪਰ
ਘਰ ਡੰਗਰ ਪਸ਼ੂ ਦਾ ਵੀ ਔਖਾ ਸੀ। ਦੁਪਹਿਰ ਤੱਕ ਸਭੀ ਆਪੋ ਆਪਣੀ ਘਰੇ ਚਲੇ ਗਏ। ਪਿਆਰੀ ਨੇ ਬਾਪੂ ਜੀ ਨੂੰ ਕਿਹਾ ਕਿ ਸਭੇ ਕੰਮਕਾਰ ਹੋ ਚੁੱਕੇ ਹਨ, ਉਹ ਤਿਆਰ ਹੋ ਜਾਣ। ਸਹਿਜ ਨੂੰ ਉਹ ਸ਼ਹਿਰ ਹਸਪਤਾਲ ਲੈ ਕੇ ਜਾਣਗੇ, ਕਿਉਂਕਿ ਕੱਲ੍ਹ ਦੀ ਪਿੰਡ ਦੇ ਡਾਕਟਰ ਨੇ ਦਵਾਈ ਦਿੱਤੀ ਹੈ, ਪਰ ਸਹਿਜ ਦੀ ਹਾਲਤ ਉਂਝ ਦੀ ਉਂਝ ਹੀ ਹੈ। ਬਾਪੂ ਜੀ ਵੀ ਤਿਆਰ ਹੋ ਗਏ ਤੇ ਨਾਲੇ ਪਿਆਰੀ ਖੁਦ ਤਿਆਰ ਹੋਈ ਤੇ ਨਾਲ ਮੈਨੂੰ ਤਿਆਰ ਕੀਤਾ। ਇੱਕ ਜਵਾਨ ਧੀ ਜੋ ਸਭ ਕੰਮ ਆਪ ਕਰ ਸਕਦੀ, ਪਰ ਸਹਿਜ ਇਸ ਹਾਲਤ ਵਿੱਚ ਵੀ ਨਹੀਂ ਸੀ ਤੇ ਪਿਆਰੀ ਹੀ ਉਸ ਨੂੰ ਸੰਭਾਲ ਰਹੀ ਸੀ। ਫਿਰ ਸਭੇ ਸ਼ਹਿਰ ਆ ਗਏ। ਹਸਪਤਾਲ ਲੰਬੀ ਦੇਰ ਬਾਅਦ ਘੁੰਮ ਘੁਮਾ ਕਈ ਡਾਕਟਰਾਂ ਕੋਲੋਂ ਅਖੀਰ ਇੱਕ ਡਾਕਟਰ ਮਿਲਿਆ ਜੋ ਕਿ ਮੇਰੇ ਜਿਹੇ ਲੋਕਾਂ ਦਾ ਡਾਕਟਰ ਸੀ। ਉਸਨੇ ਮੈਨੂੰ ਚੈੱਕ ਕਰ ਕਈ ਦਵਾਈਆਂ ਤੇ ਇੱਕ ਵੱਡਾ ਬਿੱਲ ਬਾਪੂ ਜੀ ਦੇ ਹੱਥ ਥਮਾ ਦਿੱਤਾ। ਦਵਾਈ ਲੈ ਅਸੀਂ ਘਰ ਆ ਗਏ ਤੇ ਕਈ ਦਿਨਾਂ ਤੱਕ ਮੈਨੂੰ ਉਹ ਦਵਾਈ ਪਿਆਰੀ ਤੇ ਬਾਪੂ ਜੀ ਦਿੰਦੇ ਰਹੇ, ਪਰ ਕਿਸੇ ਦਵਾਈ ਦਾ ਅਸਰ ਨਾ ਹੋਇਆ। ਨਾ ਹੀ ਨੈਣੀ ਨੀਂਦ ਸੀ, ਬਸ ਜਿਸਦਾ ਨੀਂਦ ਦੀ ਦਵਾਈ ਦੇ ਦਿੰਦੇ ਸੌ ਜਾਂਦੀ ਉਹਨਾਂ ਵਕਤ ਜਿੰਨਾ ਵਕਤ ਦਵਾਈ ਦਾ ਨਸ਼ਾ ਰਹਿੰਦਾ। ਇੰਜ ਹੀ ਦਿਨ ਬੀਤਦੇ ਗਏ। ਬਾਪੂ ਤੇ ਪਿਆਰੀ ਮੈਨੂੰ ਜਗ੍ਹਾ ਜਗ੍ਹਾ ਹਸਪਤਾਲ ਲੈ ਕੇ ਗਏ। ਕੋਈ ਹਸਪਤਾਲ ਨਾ ਛੱਡਿਆ ਉਹਨਾਂ, ਪਰ ਕਿਤੋਂ ਮੇਰਾ ਇਲਾਜ ਹੀ ਨਾ ਹੋਇਆ। ਹੁੰਦਾ ਵੀ ਇੰਜ ਮੈਂ ਖੁਦ ਹੀ ਠੀਕ ਨਹੀਂ ਸਾਂ ਹੋਣਾ ਚਾਹੁੰਦੀ ਤੇ ਬਸ ਇਸੇ ਤਰ੍ਹਾਂ ਕਰਮ ਦੀਆਂ ਯਾਦਾਂ ਸਹਾਰੇ ਰਹਿਣਾ ਚਾਹੁੰਦੀ ਸੀ। 8-10 ਮਹੀਨੇ ਬੀਤ ਗਏ। ਹਰ ਹਸਪਤਾਲ ਗਾਹ ਦਿੱਤਾ ਪਿਆਰੀ ਤੇ ਬਾਪੂ ਜੀ ਨੇ। ਫਿਰ ਕਿੰਨੀਆਂ ਲੋਕਾਂ ਧਾਗੇ ਤਵੀਤ ਬਾਬਿਆਂ ਪੰਡਤਾਂ ਬਾਰੇ ਦੱਸਿਆ। ਬਾਪੂ ਜੀ ਮੈਨੂੰ ਉੱਥੇ ਵੀ ਲੈ ਕੇ ਗਏ, ਪਰ ਕਿਤੋਂ ਮੇਰਾ ਰੋਗ ਦਾ ਇਲਾਜ ਨਾ ਹੋਇਆ। ਅਖੀਰ ਥੱਕ ਹਾਰ ਦੋਵੇਂ ਜਣੇ ਬੈਠ ਗਏ ਕਿ 1.5 ਸਾਲ ਬੀਤ ਚੁੱਕਾ ਸੀ। ਇੱਕ ਦਿਨ ਫੋਨ ਦੀ ਘੰਟੀ ਵੱਜੀ। ਫੋਨ ਕਰਮ ਦੇ ਘਰੋਂ ਆਇਆ ਤੇ ਉੱਧਰੋਂ ਸੁਨੇਹਾ ਮਿਲਿਆ ਕਿ ਕਰਮ ਦੀ ਮਾਂ ਵੀ ਕਰਮ ਦੀ ਮੌਤ ਦਾ ਸਦਮਾ ਨਾ ਸਹਿੰਦੀ ਹੋਈ ਦੁਨੀਆ ਛੱਡ ਚੱਲ ਵਸੀ ਹੈ। ਬਾਪੂ ਤੇ ਪਿਆਰੀ ਦੋਵੇਂ ਇਹ ਸੁਣ ਬੜੇ ਦੁਖੀ ਹੋਏ। ਬਾਪੂ ਜੀ ਗਏ ਕਰਮ ਦੀ ਮਾਂ ਦੇ ਅੰਤਿਮ ਸੰਸਕਾਰ ਤੇ। ਪਿਆਰੀ ਘਰ ਹੀ ਸੀ ਮੇਰੇ ਕੋਲ। ਜਦੋਂ ਬਾਪੂ ਜੀ ਕਰਮ ਦੀ ਮਾਂ ਦੇ ਅੰਤਿਮ ਸੰਸਕਾਰ ਤੇ ਗਏ ਤਾਂ ਕਰਮ ਦੇ ਘਰ ਆਏ ਰਿਸ਼ਤੇਦਾਰਾਂ ਵਿੱਚੋਂ ਇੱਕ ਔਰਤ ਨੇ ਮੇਰੇ ਬਾਪੂ ਜੀ ਬਾਰੇ ਪੁੱਛਿਆ ਕਿ ਇਹ ਕੌਣ ਹਨ ਤਾਂ ਦੱਸਣ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਪੁੱਛਿਆ ਕਿ ਹੁਣ ਮੇਰਾ ਵਿਆਹ ਹੋ ਚੁੱਕਾ ਹੈ ਜਾਂ ਨਹੀਂ। ਫਿਰ ਜਦੋਂ ਉਸ ਔਰਤ ਨੂੰ ਮੇਰੇ ਹਾਲ ਬਾਰੇ ਪਤਾ ਲੱਗਿਆ ਤਾਂ ਉਹ ਬਾਪੂ ਜੀ ਨੂੰ ਕਹਿ ਸੰਸਕਾਰ ਤੋਂ ਬਾਅਦ ਬਾਪੂ ਜੀ ਨਾਲ ਸਾਡੇ ਘਰ ਮੈਨੂੰ ਮਿਲਣ ਆਈ। ਜਦੋਂ ਉਹ ਘਰ ਆਈ ਤਾਂ ਉਸਨੇ ਮੇਰਾ ਹਾਲ ਦੇਖਿਆ ਤੇ ਬਾਪੂ ਜੀ ਤੇ ਪਿਆਰੀ ਨੂੰ ਦੱਸਿਆ ਕਿ ਸ਼ਾਇਦ ਹੋ ਸਕਦਾ ਹੈ ਮੇਰਾ ਇਲਾਜ ਹੋ ਸਕੇ ਤੇ ਜਿਸ ਲਈ ਉਹਨਾਂ ਨੂੰ ਦੂਰ ਹਿਮਾਚਲ ਦੀਆਂ ਪਹਾੜੀਆਂ ਵਿੱਚ ਰਹਿੰਦੇ ਇੱਕ ਵੈਦ ਦੇ ਖੋਲ੍ਹੇ ਦੇਸੀ ਇਲਾਜ ਦੇ ਹਸਪਤਾਲ ਮੈਨੂੰ ਦਿਖਾਉਣਾ ਪਏਗਾ। ਉਸ ਔਰਤ ਨੇ ਦੱਸਿਆ ਕਿ ਉਹਨਾਂ ਪਿੰਡ ਵੀ ਇੱਕ ਲੜਕਾ ਇਸੇ ਹੀ ਹਾਲਤ ਵਿੱਚ ਸੀ, ਪਰ ਉਸਦੀ ਨਾਲ ਦਿਮਾਗੀ ਹਾਲਤ ਵੀ ਖਰਾਬ ਸੀ। ਉਸਦਾ ਵੀ ਇਲਾਜ ਉਸ ਵੈਦ ਨੇ ਬੜੇ ਸੋਹਣੇ ਤਰੀਕੇ ਨਾਲ ਕਰ ਦਿੱਤਾ ਤੇ ਹੁਣ ਉਹ ਬਿਲਕੁਲ ਠੀਕ ਠਾਕ ਆਪਣੀ ਜ਼ਿੰਦਗੀ ਜੀ ਰਿਹਾ। ਇਹ ਸੁਣ ਪਿਆਰੀ ਤੇ ਬਾਪੂ ਜੀ ਦੀਆਂ ਮਰੀਆਂ ਹੋਈਆਂ ਉਮੀਦਾਂ ਨੂੰ ਇੱਕ ਆਸ ਦੀ ਕਿਰਨ ਮਿਲੀ ਤੇ ਉਹ ਮੈਨੂੰ ਹਿਮਾਚਲ ਉਸ ਵੈਦ ਕੋਲ ਲੈ ਕੇ ਜਾਣ ਲਈ ਤਿਆਰ ਹੋ ਗਏ। ਦੂਜੇ ਦਿਨ ਹੀ ਬਾਪੂ ਜੀ ਨੇ ਆਪਣੇ ਸਭ ਕੰਮਕਾਰ ਨਿਬੇੜ ਡੰਗਰਾਂ ਪਸ਼ੂਆਂ ਨੂੰ ਕੁਝ ਕੁ ਦਿਨਾਂ ਲਈ ਗੁਆਂਢੀ ਜਿਨ੍ਹਾਂ ਨਾਲ ਸਾਡੀ ਸ਼ੁਰੂ ਤੋਂ ਹੀ ਕਾਫੀ ਬਣਦੀ ਸੀ ਉਹਨਾਂ ਨੂੰ ਸੌਂਪ ਦਿੱਤਾ, ਕਿਉਂਕਿ ਹਿਮਾਚਲ ਜਾਣ ਤੇ ਆਉਣ ਲਈ ਘੱਟੋ ਘੱਟ ਹਫ਼ਤੇ ਤੱਕ ਦਾ ਵਕਤ ਲੱਗਣਾ ਸੀ। 2-3 ਦਿਨਾਂ ਵਿੱਚ ਹੀ ਬਾਪੂ ਜੀ ਨੇ ਝੋਨੇ ਦੀ ਫਸਲ ਜੋ ਕਿ ਅਜੇ ਕੁਝ ਕੁ ਦਿਨਾਂ ਪਹਿਲਾਂ ਹੀ ਉਸਦੀ ਵਿਕਰੀ ਹੋਈ ਸੀ ਸਭੇ ਪੈਸੇ ਧੇਲੇ ਇਕੱਠੇ ਕਰ ਬਾਪੂ ਜੀ ਨੇ ਮੈਨੂੰ ਪਿਆਰੀ ਨੂੰ ਲੈ ਰੇਲ ਰਾਹੀਂ ਨਿਕਲ ਪਏ ਹਿਮਾਚਲ ਲਈ। ਹਿਮਾਚਲ ਨੂੰ ਜਾਂਦੇ ਵਕਤ ਅਸੀਂ ਜਦੋਂ ਚੰਡੀਗੜ੍ਹ ਟੱਪੇ ਤਾਂ ਅੱਗੇ ਪਹਾੜੀ ਇਲਾਕਾ ਸ਼ੁਰੂ ਹੋ ਗਿਆ। ਪਹਾੜੀ ਇਲਾਕਾ ਉੱਚੇ ਉੱਚੇ ਪਰਬਤ ਤੇ ਪਹਾੜ, ਦਰਖਤਾਂ ਨਾਲ ਲੱਦੇ ਪਹਾੜ ਤੇ ਅੱਗੇ ਹਿਮਾਚਲ ਸ਼ੁਰੂ ਹੋ ਗਿਆ। ਮੈਂ ਪਹਿਲੀ ਵਾਰ ਹਿਮਾਚਲ ਚੱਲੀ ਸਾਂ। ਉਂਝ ਮੈਂ ਬਚਪਨ ਵਿੱਚ ਵੀ ਬਹੁਤ ਸੁਣਿਆ ਸੀ ਪਹਾੜੀ ਇਲਾਕਿਆਂ ਬਾਰੇ, ਪਰ ਮੇਰਾ ਬਹੁਤ ਦਿਲ ਵੀ ਪਹਾੜਾਂ ਦੀ ਸੈਰ ਕਰਨ ਦਾ ਸੀ। ਕਾਲਜ ਵਕਤ ਵੀ ਕਾਲਜ ਤੋਂ ਪਹਾੜੀ ਇਲਾਕੇ ਸ਼ਿਮਲੇ ਲਈ ਟੂਰ ਗਿਆ ਸੀ। ਮੈਂ ਵੀ ਜਾਣਾ ਚਾਹੁੰਦੀ ਸਾਂ, ਪਰ ਉਸੇ ਵਕਤ ਪਿਆਰੀ ਦੀ ਸਿਹਤ ਠੀਕ ਨਹੀਂ ਸੀ, ਸੋ ਮੈਨੂੰ ਪਹਾੜਾਂ ਦੀ ਸੈਰ ਤੋਂ ਵੱਧ ਪਿਆਰੀ ਸੀ ਤਾਂ ਕਰਕੇ ਮੈਂ ਨਾ ਗਈ। ਮੇਰੇ ਦੋਸਤ ਆ ਦੱਸਿਆ ਕਿ ਪਹਾੜੀ ਇਲਾਕਿਆਂ ਬਾਰੇ, ਉੱਥੇ ਦੇ ਉੱਚੇ ਪਰਬਤਾਂ ਬਾਰੇ ਤੇ ਦੱਸਿਆ ਕਿ ਕਿੰਜ ਪਰਬਤਾਂ ਬੱਦਲਾਂ ਤੋਂ ਵੀ ਉੱਚੇ ਹੁੰਦੇ ਹਨ ਤੇ ਉਦੋਂ ਦਾ ਹੀ ਮੇਰਾ ਵੀ ਬੱਦਲਾਂ ਤੋਂ ਉੱਚੇ ਪਹਾੜ ਘੁੰਮਣ ਦੀ ਇੱਛਾ ਸੀ। ਪਰ ਹੁਣ ਮੈਨੂੰ ਪਹਾੜ ਦਾ ਰਸਤਾ ਵੀ ਅਜੀਬ ਤੇ ਬੇਰੁੱਖਾ ਜਿਹਾ ਜਾਪ ਰਿਹਾ ਸੀ। ਅਖੀਰ ਅਸੀਂ ਬੱਸ ਰਾਹੀਂ ਸਵਾਰ ਹੋ ਉੱਚੀਆਂ ਪਹਾੜੀਆਂ ਦੇ ਕੱਟੇ ਹੋਏ ਰਸਤਿਆਂ ਤੋਂ ਹਲੂਰੇ ਖਾਂਦੇ ਹੋਏ ਪਹਾੜ ਦੀ ਇੱਕ ਉੱਚੀ ਚੋਟੀ ਦੇ ਵਸਦੇ ਇੱਕ ਇਲਾਕੇ ਵਿੱਚ ਪਹੁੰਚੇ। ਇਹ ਇੱਕ ਪਹਾੜ ਦਾ ਸਿਖਰ ਹੀ ਸੀ ਤੇ ਇੱਥੇ ਇਸ ਇਲਾਕੇ ਵਿੱਚ ਤਕਰੀਬਨ ਕੋਈ 5 ਕੁ ਹੀ ਘਰ ਹੋਣੇ ਤੇ ਚੱਲਦੇ ਹੋਏ ਅੱਗੇ ਜਾ ਕੇ ਅਸੀਂ ਜਾ ਪਹੁੰਚੇ ਵੇਦ ਦੇ ਦੇਸੀ ਹਸਪਤਾਲ ਵਿੱਚ। ਇਹ ਹਸਪਤਾਲ ਬਹੁਤ ਵੱਡਾ ਸੀ। ਸ਼ਹਿਰ ਦੀਆਂ ਚਹਿਲ ਪਹਿਲਾਂ ਨਾਲੋਂ ਇਹ ਇਲਾਕਾ ਬਿਲਕੁਲ ਵੱਖਰਾ ਸੀ। ਇੱਥੇ ਸ਼ਾਂਤੀ ਸੀ ਤੇ ਹਰ ਪਾਸੇ ਹਰਿਆਲੀ ਹੀ ਹਰਿਆਲੀ ਤੇ ਕੋਲ ਥੋੜ੍ਹੀ ਦੂਰ ਇੱਕ ਪਾਣੀ ਦਾ ਵਗਦਾ ਝਰਨਾ ਸੀ ਤੇ ਮਹਿਕਦੀਆਂ ਹਵਾਵਾਂ ਸਨ।
ਹਸਪਤਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਲੱਕੜੀਆਂ ਦਾ ਬਣਾਇਆ ਹੋਇਆ ਸੀ। ਅਸੀਂ ਸਭ ਤੋਂ ਪਹਿਲਾਂ ਜਾਵੇਦ ਜੀ ਕੋਲ ਪਹੁੰਚੇ ਤੇ ਇੱਕ ਬੜਾ ਹੀ ਸਿੱਧਾ ਸਾਦਾ ਆਦਮੀ ਸੀ। ਉਸਨੇ ਸਾਨੂੰ ਸਮੱਸਿਆ ਪੁੱਛ ਪਹਿਲਾਂ ਇੱਕ ਕਮਰੇ ਵਿੱਚ ਜਾ ਆਰਾਮ ਕਰਨ ਲਈ ਕਿਹਾ ਤੇ ਉੱਥੇ ਹੀ ਸਾਨੂੰ ਖਾਣ ਲਈ ਖਾਣੇ ਦਾ ਪ੍ਰਬੰਧ ਕੀਤਾ। ਅਸੀਂ ਵੀ ਲੰਬਾ ਸਫ਼ਰ ਤੈਅ ਕਰਕੇ ਆਏ ਸਾਂ, ਸੋ ਪਹਿਲਾਂ ਆਰਾਮ ਕੀਤਾ। ਮੈਂ ਤੇ ਪਿਆਰੀ ਬਾਪੂ ਜੀ ਇਸ ਗੱਲੋਂ ਬਿਲਕੁਲ ਅਣਜਾਣ ਸਾਂ ਕਿ ਇੱਥੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਆਉਣ ਵਾਲਾ ਹੈ। ਸਭ ਨੂੰ ਸੀ ਤਾਂ ਕਿ ਇੱਕ ਆਸ ਮੇਰੇ ਠੀਕ ਹੋਣ ਦੀ। ਸ਼ਾਮ ਪਈ ਤਾਂ ਵੇਦ ਜੀ ਖੁਦ ਆਪ ਆਏ ਸਾਡੇ ਕੋਲ। ਉਹਨਾਂ ਮੇਰੀ ਹਾਲਤ ਬਾਰੇ ਵਿਸਤਾਰ ਪੂਰਵਕ ਪੁੱਛਿਆ ਤੇ ਬਾਪੂ ਜੀ ਤੇ ਪਿਆਰੀ ਨੇ ਉਹਨਾਂ ਨੂੰ ਸਭ ਦਾਸਤਾ ਦੱਸੀ। ਵੇਦ ਜੀ ਨੇ ਮੇਰੀ ਜਾਂਚ ਪਰਖ ਕੀਤੀ ਤੇ ਬਾਪੂ ਜੀ ਨਾਲ ਵਾਅਦਾ ਕੀਤਾ ਕਿ ਉਹ ਮੈਨੂੰ ਠੀਕ ਕਰ ਦੇਣਗੇ, ਪਰ ਮੈਨੂੰ ਉੱਥੇ ਘੱਟੋ ਘੱਟ 3 ਮਹੀਨੇ ਤੱਕ ਰਹਿਣਾ ਪਏਗਾ। ਬਾਕੀ ਉਹ ਫਿਕਰ ਨਾ ਕਰਨ, ਉਹ ਉਸਦੀ ਸਭ ਸਾਂਭ ਸੰਭਾਲ ਖੁਦ ਕਰ ਲੈਣਗੇ। ਅਗਰ ਉਹਨਾਂ ਵਿੱਚੋਂ ਕੋਈ ਚਾਹੇ ਤਾਂ ਮੇਰੇ ਪਾਸ ਰੁਕ ਸਕਦਾ ਸੀ, ਪਰ ਮੈਨੂੰ ਆਪਣੀ ਪੁਰਾਣੀ ਜ਼ਿੰਦਗੀ ਤੇ ਰਿਸ਼ਤਿਆਂ ਨਾਲੋਂ ਕੁਝ ਦੂਰ ਰਹਿਣਾ ਪਏਗਾ ਤਾਂ ਕਿ ਮੈਂ ਆਪਣੇ ਨਾਲ ਹੋਈ ਅਨਹੋਨੀ ਨੂੰ ਸੁੱਖਾ ਭੁਲਾ ਸਕਾਂ। ਅਗਰ ਮੈਂ ਨਵੇਂ ਲੋਕਾਂ ਨਾਲ ਮਿਲਾਂਗੀ ਤਾਂ ਜਲਦੀ ਸਭ ਭੁੱਲ ਠੀਕ ਹੋਣ ਦੀ ਵੇਦ ਜੀ ਨੇ ਆਸਾ ਦਰਸਾਈ। ਬਾਪੂ ਜੀ ਪਹਿਲਾਂ ਤਾਂ ਨਾ ਮੰਨੇ, ਪਰ ਪਿਆਰੀ ਨੇ ਹੌਲੀ ਹੌਲੀ ਕਰ ਮਨਾ ਹੀ ਲਿਆ ਤੇ ਦੂਜੇ ਹੀ ਦਿਨ ਪਿਆਰੀ ਤੇ ਬਾਪੂ ਜੀ ਮੈਨੂੰ ਉੱਥੇ ਛੱਡ ਘਰ ਵੱਲ ਵਾਪਸ ਚੱਲ ਪਏ। ਮੈਨੂੰ ਕੋਈ ਪਤਾ ਨਹੀਂ ਸੀ ਕਿ ਬਾਪੂ ਜੀ ਜਾ ਰਹੇ ਹਨ। ਮੈਂ ਸਭ ਗੱਲੋਂ ਅਣਜਾਣ ਹੀ ਸਾਂ, ਬਸ ਵੀਲ ਚੇਅਰ ਉੱਤੇ ਬੈਠੀ ਰਹੀ। ਵੇਦ ਜੀ ਨੇ ਨੋਟ ਕੀਤਾ ਕਿ ਆਸੇ-ਪਾਸੇ ਜੋ ਹੋ ਰਿਹਾ ਉਸਦਾ ਮੇਰੇ ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਮੈਂ ਦਿਲੋਂ ਹਰ ਚੀਜ਼ ਨੂੰ, ਹਰ ਗੱਲ ਨੂੰ ਮਹਿਸੂਸ ਕਰਨਾ ਛੱਡ ਚੁੱਕੀ ਸਾਂ। ਪਿਆਰੀ ਬਾਪੂ ਜੀ ਘਰ ਚਲੇ ਗਏ ਤੇ ਫਿਰ ਉੱਥੇ ਮੇਰੀ ਜ਼ਿੰਮੇਵਾਰੀ ਇੱਕ ਲੜਕੀ ਜੋ ਕਿ ਮੇਰੀ ਹੀ ਉਮਰ ਦੀ ਸੀ ਨੂੰ ਦੇ ਦਿੱਤੀ ਗਈ। ਵੈਸੇ ਉੱਥੇ ਵੈਦ ਜੀ ਕੋਲ ਸ਼ਹਿਰ ਦੇ ਵੱਡੇ ਵੱਡੇ ਡਾਕਟਰ ਵੀ ਆ ਦੇਸੀ ਨੁਕਤਿਆਂ ਦੀ ਸਿੱਖਿਆ ਲੈ ਕੇ ਜਾਂਦੇ ਸਨ। ਕਈ ਲੜਕੇ ਲੜਕੀਆਂ ਉੱਥੇ ਡਾਕਟਰੀ ਕਰਨ ਤੋਂ ਬਾਅਦ ਟ੍ਰੇਨਿੰਗ ਲਈ ਵੀ ਆਉਂਦੇ ਤੇ ਕਈ ਕੁਝ ਵਕਤ ਬਿਤਾਉਣ ਤੇ ਸੇਵਾ ਕਰਨ ਲਈ ਵੀ ਆਉਂਦੇ ਸਨ। 2 ਦਿਨ ਬੀਤ ਮੈਨੂੰ ਉੱਥੇ ਤੋਂ 2 ਦਿਨ ਹੀ ਵੇਦ ਜੀ ਦੀਆਂ ਬਣਾਈਆਂ ਜੜੀ ਬੂਟੀਆਂ ਦੇ ਲੇਪ ਨਾਲ ਉਸ ਲੜਕੀ ਜਿਸ ਦਾ ਨਾਮ ਸਰਲਾ ਸੀ ਨੇ ਮੇਰੇ ਹੱਥਾਂ ਪੈਰਾਂ ਦੀ ਖੂਬ ਮਾਲਿਸ਼ ਕੀਤੀ। ਤੀਜੇ ਦਿਨ ਵੈਦ ਜੀ ਨੇ ਆ ਪਹਿਲਾਂ ਮੇਰਾ ਚੈੱਕਅਪ ਕੀਤਾ ਤੇ ਦੇਖਿਆ ਕਿ ਮੇਰੀ ਹਾਲਤ ਅੱਜ ਵੀ ਉਂਝ ਹੀ ਸੀ ਜਿੱਦਾਂ ਮੈਂ ਪਹਿਲੇ ਦਿਨ ਆਈ ਸਾਂ। ਫਿਰ ਉਸ ਬਾਅਦ ਸਰਲਾ ਮੈਨੂੰ ਖਾਣਾ ਖਵਾਉਣ ਲਈ ਬਾਹਰ ਲੈ ਗਈ, ਜਿੱਥੇ ਸਭੇ ਬੈਠ ਰਲ ਖਾਣਾ ਖਾਂਦੇ ਸਨ। ਸਰਲਾ ਮੈਨੂੰ ਖਾਣਾ ਖਵਾ ਰਹੀ ਸੀ ਕਿ ਪਿੱਛੇ ਬੈਠੇ ਮਰੀਜ਼ਾਂ ਦੇ ਝੁੰਡ ਵਿੱਚੋਂ ਮੇਰੇ ਕੰਨੀ ਇੱਕ ਆਵਾਜ਼ ਪਈ। ਸਾਰੇ ਮਰੀਜ਼ ਚੁੱਪਚਾਪ ਬੈਠੇ ਸਨ ਤੇ ਇੱਕ ਲੜਕਾ ਉਹਨਾਂ ਨੂੰ ਬੈਠਾ ਚੁਟਕਲੇ ਸੁਣਾ ਰਿਹਾ ਸੀ ਤੇ ਜਦੋਂ ਹੀ ਚੁਟਕਲਾ ਖਤਮ ਹੁੰਦਾ ਸੀ ਤਾਂ ਸਭ ਮਰੀਜ਼ ਦਿਲ ਖੋਲ ਕੇ ਹੱਸ ਰਹੇ ਸਨ। ਮੇਰੇ ਕੰਨੀ ਵੀ ਜਦ ਉਸ ਲੜਕੇ ਦੀ ਆਵਾਜ਼ ਪਈ, ਮੈਂ ਖਾਣਾ ਖਾਣਾ ਬੰਦ ਕਰ ਦਿੱਤਾ। ਸਰਲਾ ਵਾਰ-ਵਾਰ ਮੈਨੂੰ ਖਾਣਾ ਖਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਨਹੀਂ ਖਾ ਰਹੀ ਸੀ। ਪਹਿਲੀ ਵਾਰ ਮੇਰੇ ਦਿਲ ਵਿੱਚ ਉਸ ਲੜਕੇ ਨੂੰ ਦੇਖਣ ਦਾ ਅੱਜ ਖਿਆਲ ਆਇਆ ਤੇ ਮੈਂ ਵੀ ਵੀਲ ਚੇਅਰ ਤੇ ਹੀ ਬੈਠੀ ਪਹਿਲੀ ਵਾਰ ਹੱਥ ਪੈਰ ਹਿਲਾਉਣ ਦੀ ਕੋਸ਼ਿਸ਼ ਕਰਨ ਲੱਗੀ। ਧੰਨਵਾਦ ਜੀ।